ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਆਪ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ। ਚਰਚਾ ਕਰਾਂਗੇ ਬ੍ਰਿਜ ਭੂਸ਼ਣ ਸਰਨ ਸਿੰਘ, ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਮੁਖੀ, ਜੋ ਕਿ ਗੁੰਡਾ ਬਦਮਾਸ਼ ਹੈ ਔਰ ਜਿਸ ਉੱਤੇ ਮਹਿਲਾ ਪਹਿਲਵਾਨਾਂ ਨੂੰ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਉਸ ਬਾਰੇ ਜੋ ਦਿੱਲੀ ਪੁਲਿਸ ਯਾਨੀ ਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ, ਉਸ ਨੇ ਜੋ ਆਪਣੀ ਚਾਰਜ ਸ਼ੀਟ ਸੀਗੀ ਉਹ ਜੋ ਕੋਰਟ ਵਿੱਚ ਦਿੱਤੀ ਹੈ। ਇਸ ਚਾਰਜ ਸ਼ੀਟ ਵਿੱਚ ਬੜੇ ਸੰਗੀਨ ਦੋਸ਼ ਲਗਾਏ ਹਨ। ਇਸ ਵਿੱਚ ਉਹਨਾਂ ਨੇ ਉਸ 'ਤੇ ਕ੍ਰਿਮੀਨਲ ਇੰਟੀਮੀਡੇਸ਼ਨ, ਸੈਕਸ਼ੂਅਲ ਹਰੈਸਮੈਂਟ ਔਰ ਸਟਾਕਿੰਗ ਔਰ ਉਹਨਾਂ ਦੀ ਛੇੜਛਾੜ ਔਰ ਉਹਨਾਂ ਨੂੰ ਫਿਜ਼ੀਕਲ ਥ੍ਰੈਟਸ, ਇਹ ਸਾਰੇ ਚਾਰਜ ਲਾ ਕੇ ਦਿੱਲੀ ਪੁਲਿਸ ਨੇ ਇਹ ਮੰਗ ਕੀਤੀ ਹੈ ਕਿ ਇਸ ਨੂੰ ਪ੍ਰੋਸੀਕਿਊਟ ਕੀਤਾ ਜਾਏ ਅਤੇ ਇਸ ਨੂੰ ਸਜ਼ਾ ਦਿੱਤੀ ਜਾਏ। ਇਸ ਬਦਮਾਸ਼ ਨੂੰ ਬਚਾਉਣ ਲਈ ਭਾਰਤੀ ਜਨਤਾ ਪਾਰਟੀ ਨੇ ਉਹ ਸਭ ਕੁਝ ਕੀਤਾ ਜੋ ਉਹਨੂੰ ਨਹੀਂ ਕਰਨਾ ਚਾਹੀਦਾ ਸੀ। ਇੱਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਚੁੱਪੀ ਠਾਣੀ ਰੱਖੀ। ਤੋਂ ਮਹਿਲਾ ਜੋ ਪਹਿਲਵਾਨ ਸਨ, ਉਹਨਾਂ ਨੇ 45 ਦਿਨ ਦਾ ਜੋ ਧਰਨਾ ਦਿੱਤਾ ਅਤੇ ਉਹ ਮੰਗ ਕਰ ਰਹੀਆਂ ਸਨ ਕਿ ਇਸ ਦੋਸ਼ੀ ਨੂੰ ਅਰੈਸਟ ਕੀਤਾ ਜਾਏ ਔਰ ਇਹਦੇ 'ਤੇ ਕ੍ਰਿਮੀਨਲ ਕੇਸ ਚਲਾਇਆ ਜਾਏ, ਪਰ ਉਹਨਾਂ ਦੀ ਕੋਈ ਸੁਣਾਈ ਨਹੀਂ ਹੋਈ। ਇਹ ਜੋ ਕੇਸ ਰਜਿਸਟਰ ਵੀ ਕੀਤਾ ਗਿਆ, ਇਹ ਸੁਪਰੀਮ ਕੋਰਟ ਦੇ ਹੁਕਮਾਂ ਦੇ ਨਾਲ ਕੀਤਾ ਗਿਆ। ਇਹਦੇ ਵਿੱਚ ਜੋ ਉਸ ਉੱਪਰ ਧਾਰਾ ਲੱਗੀਆਂ ਹਨ ਉਹ ਮੈਂ ਤੁਹਾਨੂੰ ਦੱਸਦਾ। 506 IPC ਦੀ 506 ਧਾਰਾ ਲੱਗੀ ਹੈ, ਜਿਹੜੀ ਕਿ ਕ੍ਰਿਮੀਨਲ ਇੰਟੀਮੀਡੇਸ਼ਨ ਹੈ, ਯਾਨੀ ਕਿ ਅਪਰਾਧਕ ਢੰਗ ਨਾਲ ਪਹਿਲਵਾਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ। 354 ਆਊਟਰੇਜਿੰਗ ਦੀ ਮੋਡੈਸਟੀ ਆਫ ਵੂਮੈਨ, ਮਹਿਲਾ ਪਹਿਲਵਾਨਾਂ ਦੇ ਸਰੀਰਾਂ ਨਾਲ, ਉਹਨਾਂ ਦੇ ਅੰਗਾਂ ਨਾਲ ਜਿਹੜੀ ਛੇੜਛਾੜ ਕੀਤੀ ਗਈ। 354A ਜਿਸ ਵਿੱਚ ਸੈਕਸ਼ੂਅਲ ਹਰੈਸਮੈਂਟ ਦਾ ਦੋਸ਼ ਹੈ ਔਰ 354D ਯਾਨੀ ਕੁੜੀਆਂ ਦਾ ਪਿੱਛਾ ਕਰਨਾ, ਜਦੋਂ ਉਹਨਾਂ ਦੇ ਪਿੱਛੇ ਜਾਣਾ, ਉਹਨਾਂ ਨੂੰ ਖਿੱਚ ਕੇ ਲਿਆਉਣਾ। ਇਹ ਇੰਨੇ ਸੰਗੀਨ ਦੋਸ਼ ਹਨ ਕਿ ਇਹਦੇ ਵਿੱਚ ਉਸ ਨੂੰ ਵੱਧ ਤੋਂ ਵੱਧ 5 ਸਾਲ ਦੀ ਸਜ਼ਾ ਹੋ ਸਕਦੀ ਹੈ। ਹੁਣ ਤਾਂ ਜੋ ਪੁਲਿਸ ਨੇ ਚਾਰਜ ਸ਼ੀਟ ਬਣਾਈ ਹੈ, ਇਸ ਵਿੱਚ 15 ਸੈਕਸ਼ੂਅਲ ਹਰੈਸਮੈਂਟ ਦੇ ਚਾਰਜ ਲਾਏ ਹਨ ਅਤੇ 10 ਛੂਹਣੇ ਦੇ, ਸਰੀਰ ਨਾਲ ਨੂੰ ਛੇੜਨ ਛਾੜ ਦੇ ਉਹਨਾਂ 'ਤੇ ਦੋਸ਼ ਲੱਗੇ ਹੋਏ ਹਨ। ਔਰ ਇਸ ਵਿੱਚ ਜੋ ਪੁਲਿਸ ਨੇ 108 ਲੋਕਾਂ ਨਾਲ ਗੱਲਬਾਤ ਕੀਤੀ ਹੈ ਅਤੇ 15 ਜਿਹੜੀਆਂ ਨੂੰ ਵਿਟਨੈਸ ਹਨ। ਵਿਟਨੈਸ ਵਿੱਚ ਰੈਫਰੀ ਹਨ, ਮਹਿਲਾ ਪਹਿਲਵਾਨਾਂ ਦੇ ਕੋਚ ਹਨ, ਮਹਿਲਾ ਪਹਿਲਵਾਨ ਹਨ ਅਤੇ ਉਹਨਾਂ ਦੇ ਰਿਸ਼ਤੇਦਾਰ ਯਾਨੀ 20 ਵਿਟਨੈਸ ਹਨ। ਸੋ ਇਹ ਹੁਣ ਦੇਖਣ ਵਿੱਚ ਜੋ ਕਿ ਅਸੀਂ ਗੱਲਬਾਤ ਕਰ ਰਹੇ ਹਾਂ, ਇਸ ਗੱਲਬਾਤ ਦਾ ਸਾਰਾ ਆਧਾਰ ਅੱਜ ਇੰਡੀਅਨ ਐਕਸਪ੍ਰੈਸ ਵਿੱਚ ਜੋ ਪਹਿਲੇ ਪੇਜ 'ਤੇ ਖਬਰ ਛਪੀ ਹੈ ਉਹ ਹੈ। ਉਸ ਤੋਂ ਹੀ ਅਸੀਂ ਇਹ ਸਾਰੀ ਸਮੱਗਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਉਸ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਜੋ ਅਸੀਂ ਚਾਰਜ ਸ਼ੀਟ ਬਣਾਈ ਹੈ, ਇਸ ਲਈ ਉਹਨਾਂ ਨੇ ਜੋ 105 ਲੋਕਾਂ ਨਾਲ ਗੱਲਬਾਤ ਕੀਤੀ ਹੈ ਅਤੇ ਇਸ ਦੇ ਜੋ ਮਹਿਲਾ ਪਹਿਲਵਾਨਾਂ ਨੇ ਦੋਸ਼ ਲਾਏ ਹਨ, ਉਹਨਾਂ ਦੀ ਗਵਾਹਾਂ ਨੇ ਪੁਸ਼ਟੀ ਵੀ ਕੀਤੀ ਹੈ। ਸੋ ਗਵਾਹਾਂ ਦੀ ਪੁਸ਼ਟੀ ਤੋਂ ਬਾਅਦ ਹੀ ਦਿੱਲੀ ਪੁਲਿਸ ਕੋਲ ਕੋਈ ਚਾਰਾ ਨਹੀਂ ਰਹਿ ਗਿਆ ਸੀ ਕਿ ਉਹ ਇਹ ਸੀਰੀਅਸ ਧਾਰਾ ਲਾ ਕੇ ਉਸ ਦੇ ਅਗੇਂਸਟ ਚਾਰਜ ਸ਼ੀਟ ਕੋਰਟ ਵਿੱਚ ਨਾ ਦਾਖਲ ਕਰਦੇ। BJP ਨੇ ਪੂਰੀ ਕੋਸ਼ਿਸ਼ ਕੀਤੀ ਔਰ ਗੋਦੀ ਮੀਡੀਆ ਦੀ ਗੱਲ ਦੱਸਦੇ ਹਾਂ ਕਿ ਉਹ ਮਹਿਲਾ ਪਹਿਲਵਾਨਾਂ ਨੂੰ ਬਦਨਾਮ ਕਰਨ ਦਾ ਜੋ ਪੂਰਾ ਰੋਲ ਪਲੇ ਕੀਤਾ ਉਹਨਾਂ ਨੇ ਔਰ ਝੂਠੀਆਂ ਖਬਰਾਂ ਲਾਈਆਂ ਮਹਿਲਾ ਪਹਿਲਵਾਨਾਂ ਦੀਆਂ। ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਗੋਦੀ ਮੀਡੀਆ ਨੂੰ। ਅਤੇ ਗੋਦੀ ਮੀਡੀਆ ਨੇ ਜੋ ਬ੍ਰਿਜ ਭੂਸ਼ਣ ਸਰਨ ਸਿੰਘ ਦੀਆਂ
ਅਣਗਿਣਤੀ ਸਟੇਟਮੈਂਟਾਂ ਲਾਈਆਂ ਜਿਸ ਰਾਹੀਂ ਉਹਨਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਇੱਕ ਬੜਾ ਪਵਿੱਤਰ ਮਨੁੱਖ ਹੈ। ਉਸ ਨੇ ਮਹਿਲਾ ਪਹਿਲਵਾਨਾਂ ਨਾਲ ਕੋਈ ਇਹ ਜਿਹੀ ਗੱਲ ਨਹੀਂ ਕੀਤੀ। ਔਰ ਇਸ ਤੋਂ ਇਲਾਵਾ ਜੋ ਸਮਰਥਨ ਉਹਨੂੰ ਹੋਮ ਮਿਨਿਸਟਰੀ ਯਾਨੀ ਅਮਿਤ ਸ਼ਾਹ ਵੱਲੋਂ ਮਿਲਿਆ ਕਿ ਦਿੱਲੀ ਪੁਲਿਸ ਉਹਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਸੀ, ਔਰ ਨਾ ਹੀ ਕੋਈ ਉਹਦੀ ਸਟੇਟਮੈਂਟ ਆਈ ਗ੍ਰਹਿ ਮੰਤਰੀ ਦੀ, ਅਤੇ ਨਾ ਹੀ ਕੋਈ ਸਟੇਟਮੈਂਟ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਇਤਨਾ ਸੀਰੀਅਸ ਕੇਸ ਸੀ ਜਿਸ ਵਿੱਚ ਕਿ ਸਾਰੇ ਦੇਸ਼ ਦੀਆਂ ਔਰਤਾਂ ਨੂੰ ਐਂ ਲੱਗ ਰਿਹਾ ਸੀ ਜਿਵੇਂ ਉਹਨਾਂ ਦੇ ਇਸ ਕੇਸ ਵਿੱਚ ਜੇਕਰ ਐਕਸ਼ਨ ਨਹੀਂ ਹੁੰਦਾ ਤਾਂ ਉਹਨਾਂ ਨੂੰ ਆਪਣੀ ਹੇਠੀ ਲੱਗ ਰਹੀ ਸੀ। ਇਹ ਬੜੀ ਬੇਸ਼ਰਮੀ ਦੀ ਗੱਲ ਸੀ ਕਿ ਦਿੱਲੀ ਪੁਲਿਸ ਨੇ ਜਿੰਨਾ ਵੱਧ ਤੋਂ ਵੱਧ ਲੇਟ ਕਰ ਸਕਦੇ ਸੀ ਇਸ ਕੇਸ ਨੂੰ ਕੀਤਾ, ਔਰ ਗੋਦੀ ਮੀਡੀਆ ਇੰਨਾ ਬੇਸ਼ਰਮ ਨਿਕਲਿਆ। ਔਰ ਉਹਦੇ ਵਿੱਚ ਕੁਝ ਮਹਿਲਾ ਐਂਕਰ ਵੀ ਸਨ ਜਿਹੜੀਆਂ ਇਹ ਸਾਬਤ ਕਰਨ 'ਤੇ ਲੱਗੀਆਂ ਹੋਈਆਂ ਸਨ ਕਿ ਇਹ ਜੋ ਮਹਿਲਾ ਪਹਿਲਵਾਨ ਹਨ ਇਹ ਝੂਠੀਆਂ ਹਨ, ਅਤੇ ਇਹ ਝੂਠੇ ਦੋਸ਼ ਲਾ ਕੇ ਉਸ ਨੂੰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਫਸਾ ਰਹੀਆਂ ਹਨ। ਪਰ ਹੁਣ ਤਾਂ ਇਹ ਜੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਿੱਲੀ ਪੁਲਿਸ ਦੀ ਬਣੀ, ਉਸਨੇ ਆਪਣੀ ਪੂਰੀ ਇਨਵੈਸਟੀਗੇਸ਼ਨ ਨਾਲ ਇਹ ਸਿੱਧ ਕਰ ਦਿੱਤਾ ਕਿ ਉਸਨਾਂ ਨੇ ਇਹ ਜੋ ਚਾਰਜ ਸ਼ੀਟ ਬਣਾਈ ਹੈ ਉਹ ਕਿਸੇ ਦੇ ਪ੍ਰਭਾਵ ਅਧੀਨ ਨਹੀਂ ਆਈ ਪੁਲਿਸ, ਔਰ ਉਹਨਾਂ ਨੇ ਬੜੀ ਇੱਕ ਫੇਅਰ ਇਨਵੈਸਟੀਗੇਸ਼ਨ ਕਰਕੇ ਇਹ ਚਾਰਜ ਸ਼ੀਟ ਬਣਾਈ ਹੈ। ਔਰ ਇਸ ਵਿੱਚ ਜੱਜ ਨੇ ਇਹ ਹੁਕਮ ਦਿੱਤੇ ਹਨ ਕਿ ਬ੍ਰਿਜ ਭੂਸ਼ਣ ਸਿੰਘ ਅਗਲੀ ਪੇਸ਼ੀ 'ਤੇ ਪੇਸ਼ ਹੋਵੇ ਅਤੇ ਉਹ ਉੱਪਰ ਲੱਗੇ ਅਪਰਾਧਿਕ ਦੋਸ਼ਾਂ ਨੂੰ ਆ ਕੇ ਡਿਫੈਂਡ ਕਰੇ। ਸੋ ਹੁਣ ਬ੍ਰਿਜ ਭੂਸ਼ਣ ਸਿੰਘ ਨੂੰ ਹਰ ਪੇਸ਼ੀ 'ਤੇ ਉਸ ਨੂੰ ਜਿਹੜਾ ਕੋਰਟ ਦੇ ਸਾਹਮਣੇ ਪੇਸ਼ ਹੋਣਾ ਪਏਗਾ ਜੇਕਰ ਉਹਨੂੰ ਕੋਰਟ ਕਿਸੇ ਕਿਸਮ ਦੀ ਪੇਸ਼ੀ ਤੋਂ ਰਿਲੀਫ ਦਿੰਦੀ ਹੈ, ਜਦ ਕਿ ਕ੍ਰਿਮੀਨਲ ਕੇਸਾਂ ਵਿੱਚ ਔਰ ਇਸ ਤਰ੍ਹਾਂ ਦੇ ਸੰਗੀਨ ਦੋਸ਼ਾਂ ਵਾਲੇ ਕੇਸਾਂ ਵਿੱਚ ਕੋਰਟ ਵਿੱਚ ਪੇਸ਼ੀ ਤੋਂ ਰਿਲੀਫ ਮਿਲਣੀ ਬੜੀ ਮੁਸ਼ਕਲ ਹੁੰਦੀ ਹੈ। ਇਹਦੇ ਵਿੱਚ ਸਭ ਤੋਂ ਜੋ ਸੰਗੀਨ ਦੋਸ਼ ਹੈ, ਇੰਡੀਅਨ ਐਕਸਪ੍ਰੈਸ ਨੇ ਉਹਨਾਂ ਦੀ ਹੈਡਲਾਈਨ 'ਚ ਵੀ ਉਹਨਾਂ ਨੇ ਲਿਖਿਆ, ਉਹ ਮੋਲੈਸਟ ਕਰਨ ਦਾ ਹੈ ਕੁੜੀਆਂ ਨੂੰ। ਇਹ ਜਿਹੜਾ ਚਾਰਜ ਹੈ, ਇਸ ਚਾਰਜ ਤੋਂ ਹੁਣ ਦੇਖਦੇ ਹਾਂ ਕਿ ਬ੍ਰਿਜ ਭੂਸ਼ਣ ਸਿੰਘ ਬਦਮਾਸ਼ ਕਿਵੇਂ ਆਪਣਾ ਖਹਿੜਾ ਛੁਡਾ ਸਕਦਾ ਹੈ। ਔਰ ਇਹਦੇ ਵਿੱਚ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੁੜੀਆਂ ਨੇ ਜੋ ਪਹਿਲਵਾਨ ਮਹਿਲਾ ਨੇ ਦੋਸ਼ ਲਾਏ ਹਨ ਅਤੇ ਪੁਲਿਸ ਨੇ ਉਹਨਾਂ ਦੀਆਂ ਸਟੇਟਮੈਂਟਾਂ ਰਿਕਾਰਡ ਕਰਕੇ ਆਪਣੀ ਚਾਰਜ ਸ਼ੀਟ ਦਾ ਹਿੱਸਾ ਬਣਾ ਕੇ ਲਗਾਈਆਂ ਹਨ। ਉਹਦੇ ਵਿੱਚ ਪਹਿਲਵਾਨ ਨੰਬਰ 1 ਉਹਦੀ ਸਟੇਟਮੈਂਟ ਨੂੰ ਅਸੀਂ ਤੁਹਾਡੇ ਨਾਲ ਪੰਜਾਬੀ 'ਚ ਟਰਾਂਸਲੇਟ ਕਰਕੇ ਸਾਂਝੀ ਕਰ ਰਹੇ ਹਾਂ। ਤੋਂ ਪਹਿਲਵਾਨ ਨੰਬਰ 1 ਨੇ ਕਿਹਾ ਕਿ ਉਹ ਹੋਟਲ ਦੇ ਰੈਸਟੋਰੈਂਟ ਵਿੱਚ ਡਿਨਰ ਲਈ ਗਈ ਤਾਂ ਉੱਥੇ ਦੋਸ਼ੀ ਨੇ ਉਸ ਨੂੰ ਆਪਣੇ ਟੇਬਲ 'ਤੇ ਬੁਲਾ ਲਿਆ ਅਤੇ ਉਸ ਨੇ ਸਿੱਧਾ ਉਸ ਦੀ ਛਾਤੀ ਨੂੰ ਉੱਪਰ ਹੱਥ ਰੱਖ ਦਿੱਤਾ, ਫਿਰ ਉਹਦਾ ਹੱਥ ਪੇਟ 'ਤੇ ਫੇਰਦੇ ਹੋਏ ਨੀਚੇ ਤਰਫ ਲੈ ਗਿਆ। ਅਤੇ ਇਹ ਜੋ ਪ੍ਰੋਸੈਸ ਸੀ, ਪ੍ਰਕਿਰਿਆ ਸੀ, ਉਹਨੇ 3-4 ਵਾਰੀ ਦੁਹਰਾਈ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਉਸ ਨੂੰ ਵੈਸਟਰਨ ਫੈਡਰੇਸ਼ਨ ਆਫ ਇੰਡੀਆ ਦੇ ਦਫ਼ਤਰ ਵਿੱਚ ਬੁਲਾਇਆ ਗਿਆ ਅਤੇ ਉਸ ਨੂੰ ਬੜੇ ਇੰਪਰੋਪਰਲੀ ਜੋ ਹੈ ਉਹ ਛੂਹਿਆ ਗਿਆ, ਯਾਨੀ ਉਹਦੀਆਂ ਤਲੀਆਂ, ਗੋਡੇ, ਪੱਟਾਂ, ਮੋਢਿਆਂ ਅਤੇ ਫਿਰ ਸਾਹ ਪ੍ਰਕਿਰਿਆ ਚੈੱਕ ਕਰਨ ਦੇ ਬਹਾਨੇ ਉਸ ਨੇ ਉਸ ਦੀ ਛਾਤੀ ਅਤੇ ਪੇਟ ਦੀ ਤਰਫ ਹੇਠਾਂ ਨੂੰ ਹੱਥ ਲੈ ਗਿਆ। ਇਹ ਘਟਨਾ ਦੇ 3 ਗਵਾਹ ਹਨ ਅਤੇ ਤਿੰਨਾਂ ਗਵਾਹਾਂ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ ਔਰ ਇਸ ਉੱਪਰ ਇਸੇ ਤਰ੍ਹਾਂ ਗਵਾਹਾਂ ਵਿੱਚ ਉਹ ਘਟਨਾ ਦੀ ਪੁਸ਼ਟੀ ਵੀ ਕੀਤੀ ਹੈ। ਇਸ ਪਹਿਲਵਾਨ ਨੇ ਦੋਸ਼ ਲਾਇਆ ਹੈ ਔਰ ਇਸ ਦੀ ਗਵਾਹਾਂ ਨੇ ਵੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੋ ਵਿਦੇਸ਼ ਵਿੱਚ ਜਿੱਥੇ ਓਲੰਪਿਕ ਹੋ ਰਹੀਆਂ ਸਨ, ਉਹਨਾਂ ਦਾ ਜਿਹੜਾ ਵਾਰਮ ਅਪ ਰੂਮ ਵਿੱਚ ਬ੍ਰਿਜ ਭੂਸ਼ਣ ਵਧਾਈ ਦੇਣ ਗਿਆ, ਉੱਥੇ ਉਸਨੇ ਚੈਸਟ ਔਰ ਪੇਟ 'ਤੇ ਹੱਥ ਪਾਇਆ
ਉੱਥੇ ਉੱਥੇ ਵਿਦੇਸ਼ੀ ਪਹਿਲਵਾਨ ਵੀ ਸੀ, ਵਿਦੇਸ਼ੀ ਜਿਹੜੇ ਸੀ ਖਿਡਾਰੀਆਂ ਦੇ ਸਟਾਫ ਮੈਂਬਰ ਸੀ। ਔਰ ਇਹ ਜਿਹੜਾ ਵਿਵਹਾਰ ਸੀ ਇਹ ਬਹੁਤ ਹੀ ਭੈੜਾ ਲੱਗਾ। ਔਰ ਬ੍ਰਿਜ ਭੂਸ਼ਣ ਨੇ ਪਹਿਲਵਾਨ ਦੀ ਛਾਤੀ ਤੇ ਫੇਰ ਹੱਥ ਲਗਾਇਆ। ਔਰ ਇਸੇ ਤਰ੍ਹਾਂ ਹੀ ਫਿਰ ਡਾਈਨਿੰਗ ਏਰੀਆ ਵਿੱਚ, ਹੋਟਲ ਵਿੱਚ, ਉਸ ਨੇ ਮਹਿਲਾ ਪਹਿਲਵਾਨ ਨੂੰ ਆਪਣੇ ਕੋਲ ਆਪਣੇ ਟੇਬਲ ਤੇ ਬੁਲਾ ਲਿਆ, ਜਦ ਕਿ ਉਹ ਵੱਖਰੇ ਟੇਬਲ ਤੇ ਬੈਠੀਆਂ ਖਾਣਾ ਖਾਣ ਲੱਗੀਆਂ ਸੀ। ਤੋ ਜਦੋਂ ਮਹਿਲਾ ਪਹਿਲਵਾਨ ਉਹਦੇ ਕੋਲ ਗਈ ਤਾਂ ਉਸ ਨੇ ਉਸ ਦੇ ਛਾਤੀਆਂ ਉੱਪਰ ਹੱਥ ਲਗਾਇਆ। ਫਿਰ ਉਸ ਨੇ ਉਸ ਦੇ ਪੇਟ ਉੱਪਰ ਹੱਥ ਫੇਰਿਆ, ਬਾਰ-ਬਾਰ ਉਸ ਨੇ ਉਸ ਦੀਆਂ ਛਾਤੀਆਂ ਨੂੰ ਛੂਹਿਆ। ਸੋ ਇਹ ਤਾਂ ਹੈ ਪਹਿਲਵਾਨ ਨੰਬਰ 1। ਹੁਣ ਆਇਆ ਪਹਿਲਵਾਨ 2। ਪਹਿਲਵਾਨ ਨੰਬਰ 2 ਮਹਿਲਾ ਕਹਿੰਦੀ ਹੈ ਕਿ ਉਹ ਆਪਣੀ ਪ੍ਰੈਕਟਿਸ ਲਈ ਮੈਟ ਉੱਪਰ ਲੇਟੀ ਹੋਈ ਸੀ ਕਿ ਬ੍ਰਿਜ ਭੂਸ਼ਣ ਉਹਦੇ ਪ੍ਰੈਕਟਿਸ ਵਾਲੇ ਹਾਲ ਵਿੱਚ ਆ ਗਿਆ ਅਤੇ ਉਸਨੇ ਬਿਨਾਂ ਪੁੱਛੇ ਹੀ ਉਸ ਦੀ ਟੀ-ਸ਼ਰਟ ਉੱਪਰ ਨੂੰ ਚੱਕ ਕੇ ਉਸ ਦੇ ਛਾਤੀ ਉੱਪਰ ਹੱਥ ਰੱਖ ਦਿੱਤੇ ਅਤੇ ਫਿਰ ਹੱਥ ਹੇਠਾਂ ਨੂੰ ਲੈ ਗਿਆ ਅਤੇ ਫਿਰ ਉਸ ਦੇ ਹੱਥ ਪੇਟ ਦੀ ਤਰਫ ਨੀਚੇ ਤੱਕ ਲੈ ਗਿਆ। ਤੋ ਉਸ ਤੋਂ ਬਾਅਦ ਵਰਲਡ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਦਫ਼ਤਰ 'ਚ ਉਸ ਮਹਿਲਾ ਨੂੰ ਬੁਲਾਇਆ ਗਿਆ। ਉਹ ਆਪਣੇ ਭਰਾ ਨੂੰ ਨਾਲ ਲੈ ਕੇ ਗਈ। ਜਦੋਂ ਉਹਦਾ ਭਰਾ ਨਾਲ ਸੀ ਤਾਂ ਬ੍ਰਿਜ ਭੂਸ਼ਣ ਸਰ ਨੇ ਉਹਦੇ ਭਰਾ ਨੂੰ ਬਾਹਰ ਹੀ ਰਹਿਣ ਨੂੰ ਕਹਿ ਦਿੱਤਾ ਅਤੇ ਮਹਿਲਾ ਨੂੰ ਇਕੱਲੀ ਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਉਸ ਨੂੰ ਖਿੱਚ ਕੇ ਆਪਣੇ ਵੱਲ ਉਸ ਨੂੰ ਸਰੀਰ ਨਾਲ ਜੋੜਨ ਦੀ ਯਤਨ ਕੀਤਾ ਅਤੇ ਉਸ ਨੂੰ ਆਪਣੇ ਨਾਲ ਘੁੱਟ ਕੇ ਲਾਇਆ। ਤੋ ਇਹ ਜਿਹੜੀ ਗੱਲ ਸੀ ਮਹਿਲਾ ਪਹਿਲਵਾਨ ਨੇ ਆਪਣੇ ਭਰਾ ਨੂੰ ਬਿਲਕੁਲ ਨਾ ਦੱਸੀ, ਪਰ ਬਾਅਦ ਵਿੱਚ ਜੋ FIR ਦਰਜ ਕਰਾਉਣ ਸਮੇਂ ਉਸਦਾ ਭਰਾ ਨਾਲ ਸੀ ਉਸ ਨੂੰ ਪਤਾ ਲੱਗ ਗਿਆ। ਇਸ ਦੀ ਪੁਸ਼ਟੀ ਪਹਿਲਵਾਨ ਦੇ ਭਰਾ ਅਤੇ ਉਸਦੇ ਪਤੀ ਦੋਨਾਂ ਨੇ ਕੀਤੀ ਹੈ। ਪਹਿਲਵਾਨ ਨੰਬਰ 3 ਨੇ ਕਿਹਾ ਹੈ ਕਿ ਉਹਨੇ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਬਿਸਤਰੇ ਵੱਲ ਖਿੱਚਿਆ ਅਤੇ ਉਸ ਨੂੰ ਉਸਨੇ ਉਸ ਤੋਂ ਆਪਾ ਛੁਡਾਉਣ ਦੀ ਯਤਨ ਕੀਤਾ ਅਤੇ ਉਸਨੇ ਉਸ ਨੂੰ ਲਾਲਚ ਦਿੱਤਾ ਕਿ ਉਸ ਨੂੰ ਫ੍ਰੀ ਸਪਲੀਮੈਂਟਸ ਦੇਗਾ, ਯਾਨੀ ਸਰੀਰ ਦੀ ਐਨਰਜੀ ਲਈ ਜੋ ਸਪਲੀਮੈਂਟਸ ਪਹਿਲਵਾਨਾਂ ਨੂੰ ਖਰੀਦ ਕੇ ਖਾਣੇ ਪੈਂਦੇ ਹਨ ਉਹ ਫ੍ਰੀ ਦੇਗਾ ਅਤੇ ਜੇਕਰ ਉਸ ਨੂੰ ਉਹ ਸੈਕਸੁਅਲ ਫੇਵਰ ਦੇਵੇ, ਉਹਦੇ ਨਾਲ ਆਪਣਾ ਆਪ ਸਾਂਝਾ ਕਰੇ, ਤਾਂ ਉਹ ਉਸ ਨੂੰ ਇੱਕ ਮੋਟੀ ਰਕਮ ਵੀ ਉਸ ਬਦਲੇ ਦੇਣ ਨੂੰ ਤਿਆਰ ਹੈ। 3 ਮਹਿਲਾਵਾਂ ਅਤੇ ਉਸ ਦੀ ਮਾਤਾ ਜੋ ਸੀਗੀ ਉਹ ਇਸ ਕੇਸ ਗਵਾਹ ਹੈਗੇ। ਤੋ ਕਜ਼ਾਕਿਸਤਾਨ ਦੀ ਵਾਪਸੀ ਦੇ ਬਾਅਦ ਇਹ ਘਟਨਾ ਵਾਪਰੀ ਹੈ। ਹੁਣ ਅਸੀਂ ਆਉਂਦੇ ਹਾਂ ਪਹਿਲਵਾਨ 4, ਯਾਨੀ ਚੌਥੀ ਮਹਿਲਾ ਪਹਿਲਵਾਨ ਨੇ ਕਿਹਾ ਉਸਨੇ ਮੇਰੀ ਟੀ-ਸ਼ਰਟ ਖਿੱਚ ਕੇ ਸਿੱਧਾ ਹੱਥ ਮੇਰੇ ਪੇਟ 'ਤੇ ਧੁੰਨੀ ਉੱਪਰ ਫੇਰਦੇ ਹੋਏ ਮੈਨੂੰ ਸਾਹ ਚੈੱਕ ਕਰਨ ਦੇ ਲਿਹਾਜ਼ ਨਾਲ ਮੇਰੇ ਸਰੀਰ ਨੂੰ ਛੂਹਿਆ ਅਤੇ ਕੋਚ ਅਤੇ 2 ਪਹਿਲਵਾਨਾਂ ਨੇ ਇਸ ਦੀ ਗਵਾਹੀ ਦੇ ਕੇ ਪੁਸ਼ਟੀ ਕੀਤੀ ਹੈ। 5ਵਾਂ ਪਹਿਲਵਾਨ ਜਿੱਤ ਤੋਂ ਬਾਅਦ ਫੋਟੋ ਸੈਸ਼ਨ ਸੀ। ਉਸ ਪਹਿਲਵਾਨ ਨੇ ਕੁੜੀ ਨੇ ਕਿਹਾ ਕਿ ਉਹਦਾ ਕੱਦ ਲੰਬਾ ਸੀ, ਇਸ ਲਈ ਉਹ ਪਿਛਲੀ ਕਤਾਰ 'ਚ ਆਪਣੇ ਆਪ ਜਾ ਕੇ ਖੜੀ ਹੋ ਗਈ, ਤਾਂ ਜੇ ਅਗਲੀ ਕਤਾਰ ਵਿੱਚ ਜੇ ਉਹ ਖੜੀ ਹੁੰਦੀ ਤੇ ਜਿਨ੍ਹਾਂ ਦੇ ਕਈਆਂ ਦੇ ਉਹਦੇ ਅੱਗੇ ਆ ਜਾਣਾ ਸੀ ਸਿਰ। ਤੇ ਬ੍ਰਿਜ ਭੂਸ਼ਣ ਵੀ ਉਹਦੇ ਪਿੱਛੇ ਜਾ ਕੇ ਉਹਦੇ ਨਾਲ ਖੜਾ ਹੋ ਗਿਆ ਤੇ ਉਸ ਨੇ ਉਹਦੇ ਨਾਲ ਜੁੜ ਕੇ ਉਸ ਦੇ ਬਟਕਸ ਯਾਨੀ ਉਹਦੇ ਚਿੱਤੜਾਂ 'ਤੇ ਹੱਥ ਫੇਰਨੇ ਸ਼ੁਰੂ ਕਰ ਦਿੱਤੇ ਅਤੇ ਫਿਰ ਉਹ ਜਦੋਂ ਉੱਥੋਂ ਤੁਰਨ ਲੱਗੀ ਉਸ ਨੂੰ ਚੰਗਾ ਨਾ ਲੱਗਿਆ ਅਤੇ ਉਸਨੇ ਉਹ ਛਾਂ ਛੱਡ ਦਿੱਤੀ ਤਾਂ ਇਸ ਨੇ ਉਸ ਨੂੰ ਮੋਢੇ ਤੋਂ ਫੜ ਲਿਆ। ਤੋ ਇਸ ਦੀ ਪੁਸ਼ਟੀ 2 ਰੈਫਰੀਆਂ ਨੇ ਕੀਤੀ ਹੈ ਜੋ ਕਿ ਫੋਟੋ ਸੈਸ਼ਨ ਵੇਲੇ ਮੌਜੂਦ ਸਨ। ਪਹਿਲਵਾਨ 6 ਦਾ ਕਹਿਣਾ ਹੈ ਕਿ ਮੇਰੇ ਨਾਲ ਫੋਟੋ ਖਿਚਵਾਉਣ ਦੇ ਬਹਾਨੇ ਮੈਨੂੰ ਆਪਣੇ ਵੱਲ ਖਿੱਚ ਲਿਆ ਅਤੇ ਮੋਢੇ ਤੋਂ ਫੜ ਲਿਆ। ਜਦ ਮੈਨੂੰ ਧਮਕੀ ਦਿੱਤੀ ਜ਼ਿਆਦਾ ਸਮਾਰਟ ਬਣ ਰਹੀ ਹੋ
क्या आगे कोई कंपटीशन में नहीं खेलना क्या तूने। तो इस ਥ੍ਰੈਟ ਦੀ 2 ਕੋਚਾਂ ਨੇ ਪੁਸ਼ਟੀ ਕੀਤੀ ਹੈ। ਹੁਣ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਇਹ ਜੋ ਉੱਪਰਲੀ ਸਾਰੀ ਬਿਰਤਾਂਤ ਜਿਹੜਾ ਕਿ ਮਹਿਲਾ ਪਹਿਲਵਾਨਾਂ ਨੇ ਬੜੇ ਹੌਸਲੇ ਨਾਲ ਨਿਡਰ ਹੋ ਕੇ ਸਾਰੀ ਸੱਚਾਈ ਨੂੰ ਜੋ ਬਿਆਨ ਕੀਤਾ ਹੈ, ਔਰ ਕਿਉਂਕਿ ਇਹ ਜੇ ਉਹਨਾਂ ਨੇ FIR ਵਿੱਚ ਜੋ ਬਿਆਨ ਦਰਜ ਕਰਾਏ ਹਨ, ਇਹ ਸਿਰਫ ਕੋਰਟ ਦਾ ਹਿੱਸਾ ਨਹੀਂ ਬਣ ਗਏ, ਇਹ ਤੇ ਇੰਡੀਅਨ ਐਕਸਪ੍ਰੈਸ ਨੇ ਬੜੀ ਜੁਰਤ ਦਿਖਾਈ ਹੈ ਕਿ ਉਹਨਾਂ ਨੇ ਇਸ ਕੇਸ ਦੇ ਅੱਗੇ ਵੀ ਕਈ ਰਿਪੋਰਟਾਂ ਛਾਪੀਆਂ ਹਨ ਮਹਿਲਾ ਪਹਿਲਵਾਨਾਂ ਦੀਆਂ, ਔਰ ਇਹ ਰਿਪੋਰਟ ਵੀ ਉਹਨਾਂ ਨੇ ਬ੍ਰਿਜ ਭੂਸ਼ਣ ਦੇ ਕੇਸ ਦੀ ਇਸ ਤਰ੍ਹਾਂ ਖੁੱਲ੍ਹੇ ਪੰਨਿਆਂ 'ਚ ਜਿਹਨੂੰ ਕਹਿੰਦੇ ਨੇ ਗੱਲ ਕੀਤੀ ਹੈ, ਸਭ ਕੁਝ ਸਪਸ਼ਟ ਸਾਫ਼-ਸਾਫ਼ ਛਾਪ ਦਿੱਤਾ ਹੈ। ਔਰ ਹੁਣ ਦੇਖਣਾ ਇਹ ਹੈ ਕਿ ਕੀ ਬ੍ਰਿਜ ਭੂਸ਼ਣ ਸਿੰਘ ਨੂੰ ਹੁਣ ਵੀ ਸਰਕਾਰ ਬਚਾ ਲਏਗੀ, ਕਿਉਂਕਿ ਇੰਨੀਆਂ ਸਖਤ ਗਵਾਹੀਆਂ ਹਨ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਹਰ ਇਨਸੀਡੈਂਟ ਦਾ ਇਵੈਂਟ ਹੈ ਜਿੱਥੇ ਕਿ ਅੱਗੇ ਬ੍ਰਿਜ ਭੂਸ਼ਣ ਕਹਿੰਦਾ ਸੀ ਕੋਈ ਆਪਕੇ ਪਾਸ ਵੀਡੀਓ ਹੈ, ਕੋਈ ਆਪਕੇ ਪਾਸ ਕੋਈ ਫੋਟੋਆਂ ਹੈ ਤਾਂ ਲੈ ਕੇ ਆਓ ਦਿਖਾਓ। ਔਰ ਜੋ ਸਾਡਾ ਗੋਦੀ ਮੀਡੀਆ ਸੀ ਉਹ ਵੀ ਇਹਨਾਂ ਪਹਿਲਵਾਨਾਂ ਨੂੰ ਸ਼ਰਮਿੰਦਾ ਕਰਨ ਲਈ ਇਸ ਗੱਲ ਦਾ ਸਮਰਥਨ ਕਰਦਾ ਸੀ ਕਿ ਉਹ ਇਹ ਲੈ ਕੇ ਆਉਣ, ਫੋਟੋਆਂ ਲੈ ਕੇ ਆਓ, ਵੀਡੀਓ ਲੈ ਕੇ ਆਓ। ਤੁਸੀਂ ਸੋਚੋ ਕੋਈ ਵੀ ਪਹਿਲਵਾਨ ਆਪਣੇ ਜਿਹੜਾ ਆਪਣੀ ਰੈਸਲਿੰਗ ਫੈਡਰੇਸ਼ਨ ਦਾ ਆਫ ਇੰਡੀਆ ਦਾ ਮੁਖੀ ਹੋਵੇ, ਪ੍ਰਧਾਨ ਹੋਵੇ, ਉਹਨੂੰ ਮਿਲਣ ਜਾਏਗੀ ਤਾਂ ਉਹਨੂੰ ਇਹ ਪਤਾ ਹੋਵੇਗਾ ਕਿ ਵੀ ਉਹਦਾ ਹੁਣ ਛੇੜਛਾੜ ਹੋਣੀ ਹੈ ਤੇ ਉਹ ਵੀਡੀਓ ਲਈ ਇੱਕ ਨਾਲ ਬੰਦਾ ਲੈ ਕੇ ਜਾਏਗੀ। ਮਤਲਬ ਇੰਨੇ ਕੋਝੇ ਮਜ਼ਾਕ ਜੋ ਇਹਨਾਂ ਐਂਕਰਾਂ ਨੇ ਇਹਨਾਂ ਮਹਿਲਾ ਪਹਿਲਵਾਨਾਂ ਨਾਲ ਕੀਤੇ, ਜਿਨ੍ਹਾਂ ਨੇ ਦੇਸ਼ ਦਾ ਦੁਨੀਆ ਭਰ 'ਚ ਨਾਂ ਉੱਚਾ ਕੀਤਾ ਅਤੇ ਜਿਨ੍ਹਾਂ ਨੇ ਤਿਰੰਗੇ ਦੀ ਸ਼ਾਨ ਸਾਰੀ ਦੁਨੀਆ ਵਿੱਚ ਵਧਾਈ। ਤੋ ਇਹ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ ਉਸਨੇ ਇਹ ਰਿਪੋਰਟ ਤਿਆਰ ਕੀਤੀ ਹੈ, ਔਰ ਇਸ ਰਿਪੋਰਟ ਨੂੰ ਤਿਆਰ ਕਰਨ ਲਈ ਉਹਨਾਂ ਨੂੰ ਸੋਨੀਪਤ, ਚੰਡੀਗੜ੍ਹ, ਪਟਿਆਲਾ, ਲਖਨਊ, ਕੁਰੂਕਸ਼ੇਤਰ, ਭਵਾਨੀ, ਹਿਸਾਰ ਅਤੇ ਬਲੇਰੜ ਇੰਨੇ ਸ਼ਹਿਰਾਂ ਵਿੱਚ ਉਹਨਾਂ ਨੇ ਜਿਹੜੀ ਹੈ ਕਿ ਉਹ ਉੱਥੇ ਜਾ ਕੇ ਉਹਨਾਂ ਨੇ ਸਟੇਟਮੈਂਟਾਂ ਅਤੇ ਰਿਕਾਰਡ ਰੈਫਰੀਆਂ ਦੇ ਔਰ ਪਹਿਲਵਾਨਾਂ ਦੇ ਔਰ ਉਹਨਾਂ ਦੇ ਟ੍ਰੇਨਰ ਯਾਨੀ ਜਿਹੜੇ ਉਹਨਾਂ ਨੂੰ ਟ੍ਰੇਨ ਕਰਦੇ ਨੇ ਕੋਚਿਸ ਦੇ, ਇਹ ਸਾਰੇ ਦਰਜ ਕਰਕੇ ਜਿਹੜੇ ਉਹ ਲਿਆਂਦੇ। ਔਰ ਜਿਹੜੀ ਪੁਲਿਸ ਨੇ ਇਹ ਮੰਗ ਕੀਤੀ ਹੈ ਕਿ ਇਹਨਾਂ ਜਿਹੜੀਆਂ ਸੰਗੀਨ ਧਾਰਾਵਾਂ ਲੱਗੀਆਂ ਇਹਦੇ ਨੂੰ ਪ੍ਰੋਸੀਕਿਊਟ ਕੀਤਾ ਜਾਏ ਔਰ ਇਸ ਨੂੰ ਸਜ਼ਾ ਵੀ ਦਿੱਤੀ ਜਾਏ। ਇਸ ਸਾਰੇ ਬਿਆਨਾਂ ਜਦੋਂ ਦਰਜ ਹੋ ਰਹੇ ਸੀ ਤਾਂ ਬ੍ਰਿਜ ਭੂਸ਼ਣ ਸ਼ਰਨ ਨੂੰ ਜਦੋਂ ਬਿਆਨਾਂ ਲਈ ਪੁਲਿਸ ਨੇ ਅਪਰੋਚ ਕੀਤਾ ਤਾਂ ਉਸਨੇ ਕਿਹਾ ਕਿ ਇਸ ਸਾਰੇ ਕੁਝ ਨੂੰ ਉਸਨੇ ਇਨਕਾਰ ਕੀਤਾ ਕਿ ਇਹ ਸਾਰਾ ਕੁਝ ਗਲਤ ਹੈ, ਔਰ ਉਸਨੇ ਇਹ ਕਿਹਾ ਕਿ ਮੈਂ ਕਦੀ ਪਹਿਲਵਾਨਾਂ ਨੂੰ ਮਿਲਿਆ ਵੀ ਨਹੀਂ ਅਤੇ ਨਾ ਹੀ ਮੇਰੇ ਕੋਲ ਪਹਿਲਵਾਨਾਂ ਦੇ ਕੋਈ ਮੋਬਾਈਲ ਨੰਬਰ ਹਨ। ਪਰ ਹੁਣ ਜਦ ਕਚਹਿਰੀ 'ਚ ਉਹ ਪੇਸ਼ ਹੋਏਗਾ, ਉਸ ਦੀ ਕ੍ਰਾਸ ਐਗਜ਼ਾਮੀਨੇਸ਼ਨ ਹੋਏਗੀ ਔਰ ਦੋਨੋਂ ਪਾਸੋਂ ਦੇ ਵਕੀਲ ਖੜ੍ਹੇ ਹੋਣਗੇ, ਦੇਖਦੇ ਹਾਂ ਕਿ ਉੱਥੇ ਇਹ ਬਿਆਨਾਂ ਵਿੱਚ ਕੀ ਕਹੇਗਾ। ਸੋ ਅੱਜ ਦੀ ਇਹ ਜੋ ਬ੍ਰਿਜ ਭੂਸ਼ਣ ਦੀ ਕਰਤੂਤਾਂ ਦੀ ਅਸੀਂ ਲਿਸਟ ਤੁਹਾਡੇ ਸਾਹਮਣੇ ਰੱਖੀ ਹੈ, ਉਮੀਦ ਹੈ ਤੁਹਾਨੂੰ ਪਸੰਦ ਆਈ ਹੋਏਗੀ ਅਤੇ ਤੁਸੀਂ ਇਸ ਨੂੰ ਆਪਣੇ ਮਿੱਤਰਾਂ, ਸਾਥੀ, ਸੰਗੀਆਂ ਨਾਲ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ WhatsApp ਗਰੁੱਪਾਂ 'ਚ ਪਾਓ ਤਾਂ ਜੋ ਇਹ ਜੋ ਸਾਰਾ ਬ੍ਰਿਜ ਭੂਸ਼ਣ ਵੱਲੋਂ ਜੋ ਬਦਮਾਸ਼ੀ ਕੀਤੀ ਗਈ ਹੈ ਇਸ ਦਾ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ, ਕਿਉਂਕਿ ਇਹ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਸਾਰਾ ਕੁਝ ਲੱਭ ਕੇ ਲਿਆ ਕੇ ਤਾਂ ਕੋਰਟ ਦੇ ਸਾਹਮਣੇ ਰੱਖਿਆ ਤੇ ਇਸ ਚਰਚਾ ਨੂੰ ਹੁਣ ਇੱਥੇ ਸਮਾਪਤ ਕਰਦੇ ਹਾਂ। ਧੰਨਵਾਦ।